ਇਹ ਤਾਂ ਸਰ ਤੁਸੀਂ ਫੀਲਡ 'ਚ ਜਾ ਕੇ ਕਿਤੇ ਵੀ ਪਤਾ ਕਰ ਸਕਦੇ ਹੋ, ਲੋਕਾਂ ਦੇ ਵਿੱਚ ਜਾ ਕੇ ਵੀ ਹਾਂ ਵੀ ਮੱਖਣ ਸਿੰਘ ਕੌਣ ਹੈ ਔਰ ਸਾਡੇ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ। ਜਿਹੜੇ ਹੁਣ ਨਵੇਂ ਖੜੇ ਹੋਏ ਆ, ਠੀਕ ਹੈ, ਇਹ ਤਾਂ ਹੁਣ ਇਲੈਕਸ਼ਨ ਕਰਕੇ ਹੈਗੇ ਆ, ਬਰਸਾਤੀ ਡੱਡੂ ਹੈਗੇ, ਥੋੜੀ ਦੇਰ ਮਤਲਬ ਨਿਕਲਣਗੇ ਇਲੈਕਸ਼ਨ ਤੋਂ ਬਾਅਦ, ਫਿਰ ਇਹਨਾਂ ਨੇ ਕਿਤੇ ਦਿਖਣਾ ਨਹੀਂ ਹੈਗਾ। ਇਹ 100% ਕਲੀਅਰ ਆ ਸਰ, ਮਤਲਬ ਪਿਛਲੇ 15 ਸਾਲ ਤੋਂ ਦੇਖ ਲਓ ਵੀ ਕਿਹੜਾ ਇੱਥੇ ਫੀਲਡ 'ਚ ਜਿਹੜਾ ਲੋਕਾਂ ਦੇ ਕੰਮ ਕਰ ਰਿਹਾ ਹੈਗਾ। देखो जी, उम्मीदवार चाहे 20 होण चाहे हुण 30, फर्क कोई नहीं पैंदा, काम बोलदा है। जिन्हें काम कीता होगा, लोकां 'च विचरिया होगा, वो लोकां नूं पता है जी, वो दसणे दी लोड़ नहीं है। 2.5-3 लाख रुपया खर्चा किया इन्होंने, तो इनको लगा कि मैं भी कहीं ना कोई कुछ छोटी मोटी सेवा के लायक मैं हकदार हूँ, तो इन्होंने अपनी बात रखी, लेकिन पार्टी ने तवज्जो नहीं दिया। ये निराश हो गए। मैं कहा निराश होने की जरूरत नहीं है। अगर आपकी इच्छा हो तो ये मानव जन कल्याण सेवा समिति आपका पूरा समर्थन करेगी और निर्दलीय जिता के सीट हम दिखाएंगे कि देखो जीत हमारी हो रही है। रोड बनाया, ਉਹਦੇ 'ਚ ਕੋਈ ਪਾਣੀ ਦਾ ਪੈਪ ਨਹੀਂ ਪਾਇਆ ਗਿਆ ਜੀ ਅੱਜ ਤੱਕ। ਰੋਡ ਤੁਸੀਂ ਜਿਹੜੇ 200 ਗਲੀਆਂ ਕਹਿੰਦੇ ਆ ਬਣਾਤੀਆਂ ਜਾਂ ਕੁਛ ਕਰਤਾ, ਤੁਸੀਂ ਆ ਜਾਓ, ਮੈਂ ਤੁਹਾਨੂੰ ਹੁਣ ਤੁਸੀਂ ਇੱਕ ਵੀਡੀਓ ਵੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ। ਅੱਜ ਤੱਕ 5-5 ਸਾਲ ਨਿਕਲ ਗਏ, ਪੰਚਾਇਤਾਂ ਭੰਗ ਹੋ ਗਈਆਂ, ਸਰਪੰਚ ਸਾਹਿਬ ਦੋਨੇ ਸਰਪੰਚਾਂ ਤੋਂ ਅੱਜ ਤੱਕ ਕਿਆ ਗੱਲ, ਦੁਕਾਨਦਾਰਾਂ ਦੇ ਦੁੱਖ ਨਹੀਂ ਦੇਖੇ ਗਏ, ਲੋਕਾਂ ਦੇ ਦੁੱਖ ਨਹੀਂ ਦੇਖੇ ਗਏ। ਅੱਜ ਜਦੋਂ ਸਰਕਾਰ ਭੰਗ ਹੋ, ਕਿਸ ਮੂੰਹ ਨਾਲ ਲੋਕਾਂ ਦੇ ਵੋਟਾਂ ਲੈਣਗੇ ਉਹ? इस इलेक्शन तो बहुत दूर की बात है, अब होनी है 1.5-2 महीने बाद, 2.5 महीने बाद। लेकिन इनका आप इतिहास उठा के देखेंगे, ये मंडी जो लगती है ब्लॉगी में, वो मैं कहा सारी मंडी में जाके पूछ लो वेद प्रकाश विश्वकर्मा कौन है। ਵਿਚਾਰਾ ਜਿਹੜਾ ਅੰਗਹੀਨ ਹੈ, ਜਿਨ੍ਹਾਂ ਦੇ ਘਰ 'ਚ ਕੋਈ ਕਮਾਉਣ ਵਾਲਾ ਨਹੀਂ ਹੈਗਾ, ਉਹਨਾਂ ਕੋਲ ਆਪਾਂ ਗਏ, ਚਲੋ ਉਹਨਾਂ ਨੂੰ ਦੱਸਿਆ ਵੀ ਹਾਂ ਇਸ ਤਰ੍ਹਾਂ ਸਰਕਾਰ ਵੱਲੋਂ ਇਹ ਸਕੀਮ ਹੈਗੀ ਆ। ਉਹਨਾਂ ਦਾ ਆਪਾਂ ਨੇ ਨਾਲ ਲਿਜਾ ਕੇ ਉਹਨਾਂ ਨੂੰ ਸੁਵਿਧਾ ਸੈਂਟਰ ਸਾਰੇ ਉਹਨਾਂ ਦੀ ਕਰਵਾਤਾ ਕੰਮ। ਕਿਆ ਇਹ ਜ਼ਰੂਰੀ ਥੋੜ੍ਹੀ ਵੀ ਜੇ ਅਸੀਂ ਸਰਪੰਚੀ ਦੀ ਇਲੈਕਸ਼ਨ ਆਉਣੀ ਹੈ ਤਾਂ ਹੀ ਅਸੀਂ ਫੀਲਡ 'ਚ ਆਉਣਾ, ਵੈਸੇ ਆਪਾਂ ਨਹੀਂ ਆਉਣਾ ਹੈਗਾ। ਲੋਕਾਂ ਨੂੰ ਜ਼ਿਆਦਾਤਰ ਹੁਣ ਪੀਣ ਦੀ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆ। ਕਈ ਜਗ੍ਹਾ 'ਤੇ ਰੇਤਾ ਆ ਰਿਹਾ, ਕੋਈ ਬਜਰੀ ਆ ਰਿਹਾ, ਕੋਈ ਕਹਿ ਰਿਹਾ ਵੀ ਕਾਲਾ ਪਾਣੀ ਆ ਰਿਹਾ ਹੈਗਾ, ਪਾਣੀ ਨਹੀਂ ਪਹੁੰਚ ਰਿਹਾ ਹੈਗਾ। ਬਸ ਥੋੜ੍ਹਾ ਜਿਹਾ ਸਿਸਟਮ ਨੂੰ ਸਹੀ ਕਰਨ ਦੀ ਜ਼ਰੂਰਤ ਹੈ। ਮਨੀਸ਼ ਜੀ, ਅੱਜ ਸਰਪੰਚੀ ਦੇ ਚੋਣਾਂ ਦੀ ਡੇਟ ਆ ਗਈ 31 ਦਸੰਬਰ ਜੀ। ਤੁਸੀਂ ਬਹੁਤ ਦਿਨ ਪਹਿਲਾਂ ਤੋਂ ਲੋਕਾਂ 'ਚ ਵਿਚਰ ਰਹੇ ਹੋ। ਹਾਂਜੀ ਸਰ। ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਉਹਦੀ ਤਰੀਕ ਆ ਗਈ ਚੋਣਾਂ? ਮੈਂ ਤਾਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਸੀਐਮ ਨੇ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਚਲੋ ਉਹਨਾਂ ਨੇ ਇਹ ਪੰਚਾਇਤੀ ਤੇ ਸਾਰੀ ਬਲਾਕ ਸਮਿਤੀ ਤੇ ਆਪਣਾ ਜ਼ਿਲ੍ਹਾ ਪਰਿਸ਼ਦ ਭੰਗ ਕੀਤੀ। ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਲੋਕ ਬਹੁਤ ਦੁਖੀ ਸੀਗੇ ਪੁਰਾਣੇ ਪੰਚਾਇਤਾਂ ਤੋਂ। ਅੱਜ ਤੱਕ ਤੁਸੀਂ ਦੇਖ ਲਓ, ਬਲੌਂਗੀ ਜਿਹੜਾ ਕਿ ਚੰਡੀਗੜ੍ਹ ਦਾ ਵਿਚਾਲੜਾ ਪਿੰਡ ਹੋਵੇ, ਮੋਹਾਲੀ ਦਾ ਵਿਚਾਲੜਾ ਪਿੰਡ ਹੋਵੇ, ਉਹਦਾ ਬਹੁਤ ਬੁਰਾ ਹਾਲ ਹੈ। ਉਰੇ ਰਾਜਨੀਤੀ ਹੈ, ਸਿਰਫ ਰਾਸ਼ਨ ਕਾਰਡ, ਵੋਟਰ ਕਾਰਡ, ਹੋਰ ਦੂਜਾ ਤੀਜਾ ਤਾਂ ਕੋਈ ਕੰਮ ਹੀ ਨਹੀਂ ਹੈ ਉਰੇ। ਕਿਸੇ ਨੇ ਕਿਸੇ ਦਾ ਬੁਢਾਪਾ ਪੈਨਸ਼ਨ ਲਵਾਤੀ, ਕਿਸੇ ਨੇ ਵੋਟਰ ਕਾਰਡ ਬਣਾਤੇ। ਮੈਂ ਲੋਕਾਂ ਨੂੰ ਬੇਨਤੀ ਕਰਦਾ, ਇਸ ਵਾਰ ਆਪਣੀ ਵੋਟ ਦੀ ਵੈਲਿਊ ਸਮਝੋ, ਸਹੀ ਬੰਦੇ ਨੂੰ ਵੋਟ ਪਾਓ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਜਿਵੇਂ ਪਹਿਲਾਂ ਹੈਰਾਨ ਕੀਤਾ ਇਹਨਾਂ ਨੇ, ਵੀ ਇਸ ਵਾਰ ਤੁਸੀਂ ਹੈਰਾਨੀ ਦਾ ਸਾਹਮਣਾ ਨਾ ਕਰੋ, ਵੀ ਤੁਹਾਨੂੰ ਸਹੀ ਬੰਦੇ ਨੂੰ ਵੋਟ ਪਾਓ, ਵੀ ਸਮੇਂ ਵਿੱਚ ਤੁਹਾਡੇ ਵਿੱਚ ਵਿਚਰਦਾ ਰਹੇ, ਤੁਹਾਡੇ ਦੁੱਖ ਸੁੱਖ ਸੁਣੇ। ਜੋ ਬੋਲੇ ਸੋਨੇਹਾਲ, ਸਤਿ ਸ੍ਰੀ ਅਕਾਲ। ਇਹ ਗੱਲ ਕਰੀਏ ਕਿ ਪਹਿਲਾਂ ਦੇ ਜਿਹੜੇ ਪੰਚਾਇਤ ਦੇ ਇਲੈਕਸ਼ਨ ਹੋਏ ਸੀਗੇ, ਉਸ ਸਮੇਂ ਜਿਹੜੇ ਉਮੀਦਵਾਰ ਸੀਗੇ, ਹੁਣ ਜਿਹੜਾ ਉਮੀਦਵਾਰਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਕਿ ਉਮੀਦਵਾਰ ਇਸ ਵਾਰ ਜ਼ਿਆਦਾ ਹੋਣਗੇ। ਦੇਖੋ ਜੀ, ਉਮੀਦਵਾਰ ਚਾਹੇ 20 ਹੋਣ ਚਾਹੇ ਹੁਣ 30, ਫਰਕ ਕੋਈ ਨਹੀਂ ਪੈਂਦਾ, ਕੰਮ ਬੋਲਦਾ ਹੈ। ਜਿਹਨੇ ਕੰਮ ਕੀਤਾ ਹੋਊਗਾ, ਲੋਕਾਂ 'ਚ ਵਿਚਰਿਆ ਹੋਊਗਾ, ਉਹ ਲੋਕਾਂ ਨੂੰ ਪਤਾ ਹੈ ਜੀ, ਉਹ ਦੱਸਣੇ ਦੀ ਲੋੜ ਨਹੀਂ ਹੈ। ਲੋਕਾਂ ਦੇ ਦੁੱਖ ਕੌਣ ਸੁਣਦਾ ਹੈ, ਕੌਣ ਹੱਲ ਕਰਦਾ ਹੈ। ਪਰ ਇਸ ਵਾਰ ਆਪਣੇ ਭੈਣਾਂ ਭਰਾਵਾਂ ਤੇ ਬਲੌਂਗੀ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ, ਇਸ ਵਾਰ ਆਪਣੀ ਵੋਟ ਦੀ ਵੈਲਿਊ ਸਮਝੋ। ਅਗਲਾ ਵੋਟ ਲੈ ਕੇ ਚਲੇ ਜਾਂਦਾ, ਆਪਾਂ ਨੂੰ 5 ਸਾਲ ਬੇਵਕੂਫ ਬਣਾਉਂਦਾ ਰਹਿੰਦਾ। ਕੋਈ ਤੁਹਾਡੀ ਸੁਣਵਾਈ ਨਹੀਂ ਹੁੰਦੀ। ਸਰਪੰਚ ਤੁਹਾਡੇ ਵਿੱਚ ਦਾ ਹੋਣਾ ਚਾਹੀਦਾ, ਨਾ ਕਿ ਬਾਹਰ ਦਾ ਹੋਣਾ ਚਾਹੀਦਾ। ਹੱਥ ਜੋੜ ਕੇ ਬੇਨਤੀ ਹੈ, ਆਪਣੇ ਵੋਟ ਦੀ ਕੀਮਤ ਸਮਝੋ। ਜੇ ਇਲੈਕਸ਼ਨ ਦੀ ਗੱਲ ਕਰੀਏ, ਇਹ ਜਿਹੜਾ ਇਲੈਕਸ਼ਨ ਹੈਗਾ ਪੰਚਾਇਤ ਇਲੈਕਸ਼ਨ ਦਾ, ਤੁਸੀਂ ਸਰਪੰਚ ਦੇ ਉਮੀਦਵਾਰ ਹੋ, ਤੁਸੀਂ ਪਹਿਲੀ ਵਾਰੀ ਇਸ ਮੈਦਾਨ ਦੇ ਵਿੱਚ ਕੁੱਦੋਗੇ,
ਪਹਿਲਾ ਵਾਰੀ ਲੜੋਗੇ ਤੇ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜੇ ਪੁਰਾਣੇ ਜਿਹੜੇ ਇੱਥੇ ਦੇ ਰਾਜਨੀਤੀ ਨੇਤਾ ਕਹਿ ਲਓ ਜਾਂ ਆਗੂ ਕਹਿ ਲਓ ਉਹਨੂੰ ਦੇਖਦੇ ਕਿਵੇਂ ਲੱਗਦਾ ਤੁਹਾਨੂੰ? ਅਸੀਂ ਤਾਂ ਕਮਾਈ ਕਰਕੇ ਸਰਪੰਚੀ ਮੈਦਾਨ 'ਚ ਉਤਰੇ ਹਾਂ। ਅਸੀਂ ਉਹ ਬੰਦੇ ਨਹੀਂ ਹੈਗੇ ਜਿਹੜੇ ਸਿਆਸਤ ਤੋਂ ਪੈਸੇ ਕਮਾ ਕੇ ਰੋਟੀਆਂ ਸੇਕਦੇ ਆ ਲੋਕਾਂ ਤੋਂ। ਅਸੀਂ ਆਪਣੀ ਮਿਹਨਤ ਨਾਲ ਉੱਠੇ ਹਾਂ, ਬਹੁਤ ਗਰੀਬ ਪਰਿਵਾਰ 'ਚੋਂ ਉੱਠੇ ਹਾਂ। ਅਸੀਂ ਕਮਾ ਕੇ ਸਰਪੰਚੀ ਇਲੈਕਸ਼ਨ ਲੜ ਰਹੇ ਹਾਂ। ਹਾਲਾਂਕਿ ਲੋਕ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ 'ਚ ਲੋਕਾਂ ਨੂੰ ਹੀ ਲੜਾਉਂਦੇ ਆ, ਲੋਕਾਂ ਤੋਂ ਹੀ ਪੈਸੇ ਲੈਂਦੇ ਆ। ਜੇ ਵਿਕਾਸ ਕਾਰਜਾਂ ਦੀ ਗੱਲ ਕਰੀਏ ਤੇ ਬਲੌਂਗੀ ਦੇ ਵਿੱਚ ਕਿਹੜੇ ਵਿਕਾਸ ਕਾਰਜ ਹੋ ਚੁੱਕੇ ਨੇ, ਕਿਹੜੇ ਵਿਕਾਸ ਨਹੀਂ ਹੋਏ? ਰੋਡ ਬਣਾਇਆ, ਉਹਦੇ 'ਚ ਕੋਈ ਪਾਣੀ ਦਾ ਪੈਪ ਨਹੀਂ ਪਾਇਆ ਗਿਆ ਜੀ ਅੱਜ ਤੱਕ। ਰੋਡ ਤੁਸੀਂ ਜਿਹੜੇ 200 ਗਲੀਆਂ ਕਹਿੰਦੇ ਆ ਬਣਾਤੀਆਂ ਜਾਂ ਕੁਛ ਕਰਤਾ, ਤੁਸੀਂ ਆ ਜਾਓ, ਮੈਂ ਤੁਹਾਨੂੰ ਹੁਣ ਤੁਸੀਂ ਇੱਕ ਵੀਡੀਓ ਵੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ। ਅੱਜ ਤੱਕ 5-5 ਸਾਲ ਨਿਕਲ ਗਏ, ਪੰਚਾਇਤਾਂ ਭੰਗ ਹੋ ਗਈਆਂ। ਸਰਪੰਚ ਸਾਹਿਬ ਦੋਨੇ ਸਰਪੰਚਾਂ ਤੋਂ ਅੱਜ ਤੱਕ ਕਿਹਾ ਗੱਲ, ਦੁਕਾਨਦਾਰਾਂ ਦੇ ਦੁੱਖ ਨਹੀਂ ਦੇਖੇ ਗਏ, ਲੋਕਾਂ ਦੇ ਦੁੱਖ ਨਹੀਂ ਦੇਖੇ ਗਏ। ਅੱਜ ਜਦੋਂ ਸਰਕਾਰ ਭੰਗ, ਕਿਸ ਮੂੰਹ ਨਾਲ ਲੋਕਾਂ ਦੇ ਵੋਟਾਂ ਲੈਣਗੇ ਉਹ? ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਦੀ ਵੀ ਆ ਜਿਹੜੀ ਫਿਰਨੀ ਦਾ ਹਾਲ ਹੈ, ਉਹ ਦੁਕਾਨਦਾਰੋ ਭਾਈ ਜਿਨ੍ਹਾਂ ਨਾਲ ਇੰਨਾ ਬੁਰਾ ਹਾਲ ਹੋ ਰਿਹਾ ਉਹਨਾਂ ਵੱਲ ਦੇਖਣ। ਮੈਂ ਹੱਥ ਜੋੜ ਕੇ ਫੇਰ ਬੇਨਤੀ ਕਰਦਾ ਬਲੌਂਗੀ ਵਾਸੀਆਂ ਨੂੰ, ਇਸ ਵਾਰ ਆਪਣੀ ਵੋਟ ਦੀ ਕੀਮਤ ਸਮਝੋ। ਵੋਟਾਂ ਪਾ ਕੇ ਅਗਲਾ ਚਲੇ ਜਾਂਦਾ ਹੈ, 5 ਸਾਲ ਆਪਾਂ ਹੈਰਾਨ ਹੁੰਨੇ ਆ। ਇਸ ਵਾਰ ਬਲੌਂਗੀ ਦਾ ਬੰਦਾ ਸਰਪੰਚ ਤੁਹਾਡੇ ਵਿੱਚ ਦਾ ਹੋਣਾ ਚਾਹੀਦਾ, ਜਿਹੜਾ ਤੁਹਾਡੇ ਵਿੱਚ ਸਮੇਂ ਨਾਲ ਵਿਚਰਦਾ ਰਹੇ। ਮਨੀਸ਼ ਜੀ, ਤੁਸੀਂ ਬਲੌਂਗੀ 'ਚ ਹੀ ਵਿਚਰਦੇ ਹੋ, ਸ਼ੁਰੂ ਤੋਂ ਰਹਿ ਰਹੇ ਹੋ, ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਜਦੋਂ ਅਗਰ ਸਰਪੰਚ ਬਣਦੇ ਹੋ ਤੇ ਤੁਹਾਡੀ ਪ੍ਰਾਥਮਿਕਤਾ ਕੀ ਹੋਏਗੀ, ਕਿਹੜੇ ਕਮ ਕਰਾਉਣ ਵਾਲੇ? ਦੇਖੋ ਜੀ, ਚਾਹੇ ਆਜ਼ਾਦ ਨਗਰ ਹੈ, ਚਾਹੇ ਅੰਬੇਦਕਰ ਨਗਰ ਹੈ, ਚਾਹੇ ਏਕਤਾ ਕਲੋਨੀ ਹੈ, ਚਾਹੇ ਦਸ਼ਮੇਸ਼ ਕਲੋਨੀ ਹੈ, ਇਹਦੇ 'ਚ ਸਮੇਂ ਸਿਰ ਪਾਣੀ ਆਉਣਾ ਚਾਹੀਦਾ ਹੈ। ਹੁਣ ਤੁਸੀਂ ਲਾ ਲਓ, ਇਹਨਾਂ ਕੋਲ ਸੀਵਰੇਜ ਵਾਸਤੇ ਜਾਂ ਪਾਣੀ ਵਾਸਤੇ ਬੰਦੇ ਨਹੀਂ ਹੈਗੇ। ਲੋਕ ਇਹਨਾਂ ਨੂੰ ਕੰਪਲੇਂਟਾਂ ਕਰਦੇ ਆ, ਦੁਖੀ ਹੋ ਜਾਂਦੇ ਆ, ਉਹਨਾਂ ਦੀ ਕੰਪਲੇਂਟ ਦਾ ਹੱਲ ਨਹੀਂ ਹੁੰਦਾ। ਅਸੀਂ ਇਹਨੂੰ ਬੜਾ ਤਰੀਕੇ ਨਾਲ ਕਰਾਂਗੇ, ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਤੁਹਾਨੂੰ ਸਾਡੇ ਕੋਲ ਹੈਰਾਨੀ ਨਹੀਂ ਮਿਲੂਗੀ। ਸਾਡਾ ਵਿਸ਼ਵਾਸ ਜਿਵੇਂ ਬਣਿਆ ਹੁਣ ਵੀ ਲੋਕਾਂ 'ਚ ਉੱਦਾਂ ਹੀ ਬਣਿਆ ਰਹੂਗਾ। ਲੋਕਾਂ ਦੇ ਵਿੱਚ ਤੁਸੀਂ ਲਗਾਤਾਰ ਵਿਚਰ ਰਹੇ ਹੋ ਤੇ ਲੋਕਾਂ ਵੱਲੋਂ ਜਿਹੜੀ ਸਮੱਸਿਆ ਦੱਸੀ ਗਈ, ਉਹ ਸਭ ਤੋਂ ਜ਼ਿਆਦਾ ਕਿਹੜੀ ਸਮੱਸਿਆ ਦੱਸੀ ਗਈ ਹੈ? ਦੇਖੋ ਜੀ, ਜਿਨ੍ਹਾਂ ਦੇ ਵਿਚਾਰਿਆਂ ਦੇ ਘਰ ਨੀਵੇਂ ਹੈ, ਸੜਕਾਂ ਬਰਾਬਰ ਨਹੀਂ ਹੈ, ਕੋਈ ਗਲੀ ਨੀਵੀਂ ਹੈ, ਕੋਈ ਉੱਚੀ ਹੈ। ਹੁਣ ਆ ਪਿੱਛੇ ਜੇ ਲਗਾਤਾਰ ਪਾਣੀ ਆਇਆ, ਲੋਕਾਂ ਦਾ ਕਿੰਨਾ ਨੁਕਸਾਨ ਹੋਇਆ। ਕੋਈ ਸਰਪੰਚ ਹੁਣ ਤੱਕ ਆਇਆ, ਕਿਸੇ ਨੇ ਉਹਨਾਂ ਦੀ ਹੈਲਪ ਕੀਤੀ? ਨਹੀਂ ਨਾ ਕੀਤੀ। ਅਸੀਂ ਘਰ ਗਏ ਹਾਂ, ਲੋਕਾਂ ਦੀ ਆਵਾਜ਼ ਸੁਣੀ ਹੈ ਤੇ ਉਹਨਾਂ ਦੀ ਹੈਲਪ ਵੀ ਕੀਤੀ ਹੈ ਜੀ। ਜੇ ਸੜਕਾਂ ਦੀ ਗੱਲ ਕਰੀਏ, ਸੜਕਾਂ ਪੰਚਾਇਤ ਵੱਲੋਂ ਬਣਾਈਆਂ ਗਈਆਂ ਨੇ, ਲੇਕਿਨ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਜੇ ਆਪਾਂ ਬਰਸਾਤੀ ਪਾਣੀ ਦੀ ਨਿਕਾਸੀ ਵਾਸਤੇ ਕੋਈ ਪਾਈਪਾਂ ਪਾਵਾਂਗੇ ਤੇ ਉਹਨਾਂ ਰੋਡਾਂ ਨੂੰ ਤੋੜਨਾ ਪਵੇਗਾ। ਬਿਲਕੁਲ, ਜਿਹੜਾ ਪੈਸਾ ਹੈਗਾ ਇਹ ਲੋਕਾਂ ਦਾ ਹੈਗਾ, ਜਿਹੜਾ ਟੈਕਸ ਨਾਲ ਦਿੱਤਾ ਜਾਂਦਾ ਹੈ ਜੀ, ਤੇ ਇਹਦਾ ਦੁਰਉਪਯੋਗ ਨਹੀਂ ਹੈਗਾ। ਦੇਖੋ ਜੀ, ਜੇ ਤਾਂ ਪੜ੍ਹਿਆ ਲਿਖਿਆ ਕੋਈ ਸਰਪੰਚ ਹੋਵੇ, ਠੀਕ ਹੈ ਜੀ, ਉਹਨੂੰ ਪਤਾ ਹੋਵੇ ਇਸ ਗੱਲ ਬਾਰੇ ਵੀ ਸੜਕਾਂ ਤਾਂ ਆਪਾਂ ਬਣਾਤੀਆਂ, ਉੱਥੇ ਪਾਈਪ ਵੀ ਪੈਂਦਾ। ਜੇ ਤਾਂ ਕੋਈ ਮੋਹਾਲੀ ਕਦੇ ਜਾਵੇ, ਦੇਖੋ ਸੜਕ ਦੇ ਨਾਲ ਰੇਨ ਵਾਟਰ ਦਾ ਪਾਈਪ ਪੈਂਦਾ ਜੀ, ਵੀ ਜਦੋਂ ਬਰਸਾਤੀ ਪਾਣੀ ਆਵੇ ਤਾਂ ਲੋਕਾਂ ਦੇ ਘਰਾਂ 'ਚ ਨਾ ਵੜੇ, ਬਲਕਿ ਉਹ ਆਪਣਾ ਜਾਂ ਕਿਤੇ ਨਹਿਰ ਵੱਲ ਨਿਕਲ ਜੇ ਜਾਂ ਕਿਤੇ ਨਿਕਲ ਜੇ, ਨਾ ਕਿ ਲੋਕਾਂ ਦੇ ਘਰ ਦੇ ਵਿੱਚ ਵੜੇ ਜੀ। ਤੇ ਬਲੌਂਗੀ 'ਚ ਐਤਕੀ ਵੀ ਪਾਣੀ ਦੀ ਬੜੀ ਸਮੱਸਿਆ ਆਈ, ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਬਰਸਾਤ ਮੌਕੇ ਤੇ ਲੋਕਾਂ ਦਾ ਕਹਿਣਾ ਸੀ ਕਿ ਪਾਣੀ ਨੂੰ ਜਾਂ ਤੇ ਨਾਲੇ ਦੇ ਵਿੱਚ ਜਾਂ ਟੋਬੇ ਵਿੱਚ ਛੱਡਣਾ ਚਾਹੀਦਾ ਸੀ, ਜਿਹੜਾ ਕਿ ਲੋਕਾਂ ਦੇ ਘਰਾਂ 'ਚ ਨਾ ਵੜ ਕੇ ਪਾਣੀ ਨਿਕਲ ਜਾਏ। ਇਸ ਨੂੰ ਲੈ ਕੇ ਵੀ ਤੁਸੀਂ ਕੋਈ ਕੰਮ? ਦੇਖੋ ਜੀ, ਮੈਂ ਤਾਂ ਫਿਰ ਲੋਕਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਇੱਕ ਵਾਰ ਸਾਨੂੰ ਮੌਕਾ ਦੇ ਕੇ ਦੇਖੋ। ਕਹਿੰਦੇ ਨਾ, ਜਿਵੇਂ ਮਾਨ ਸਾਹਿਬ ਕਹਿੰਦੇ ਕੰਮ ਬੋਲਦਾ, ਉੱਦਾਂ ਸਾਡਾ ਕੰਮ ਬੋਲੂਗਾ। ਲੋਕਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ। ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ, ਇਕੱਲੇ ਘਰ ਜਾ ਕੇ ਉਹਨਾਂ ਦੀ ਸਮੱਸਿਆ ਸੁਣਾਂਗੇ, ਉਹਨਾਂ ਦਾ ਹੱਲ ਆਉਣ ਦੀ ਸਪੋਰਟ ਕਰਾਂਗੇ। ਬਰਸਾਤ ਮੌਕੇ ਲੋਕਾਂ ਦੇ ਘਰ ਪਾਣੀ ਵੜ ਗਿਆ ਤੇ ਕੁਝ ਘਰਾਂ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ। ਤੇ ਕਿਆ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਨਹੀਂ ਸੀ ਕਿ ਉਹਨਾਂ ਦਾ ਕੋਈ ਸਮਾਧਾਨ ਵੀ ਕੀਤਾ ਜਾਵੇ, ਜਿਹੜਾ ਨੁਕਸਾਨ ਹੋਇਆ ਉਹਦਾ ਭਰਪਾਈ ਕੀਤੀ ਜਾਵੇ ਸਰਕਾਰ ਵੱਲੋਂ? ਦੇਖੋ ਜੀ, ਉਹ ਸਰਪੰਚੇ ਕਾਹਦਾ ਜਿਹਨੇ ਬਲੌਂਗੀ ਦੀ ਹੈਲਪ ਨਾ ਕੀਤੀ ਹੋਵੇ ਜੀ? ਕਰਨੀ ਚਾਹੀਦੀ ਹੈ। ਕੀ ਗੱਲ ਹੈ, ਜੇ ਪੰਚਾਇਤ 'ਚੋਂ ਮਤਾ ਪਾ ਕੇ ਜੇ ਕਿਸੇ ਬਹੁਤ ਬੁਰਾ ਹਾਲ ਹੈ, ਉਹਨੂੰ ਉਹਦਾ ਹੱਲ ਕਰਨਾ ਚਾਹੀਦਾ। ਕਿਉਂ ਨਹੀਂ ਕਰਨਾ ਚਾਹੀਦਾ ਜੀ? ਫਿਰ ਜਿਹੜੇ ਕੈਂਡੀਡੇਟ ਹੈ ਉਹ ਕਹਿੰਦੇ ਆ ਜੀ ਫਲਾਣਾ ਸਮਾਜ ਸੇਵੀ ਹੈ, ਉਹਨੂੰ ਮਿਲ ਲਓ। ਚਲੋ, ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਲੋਕ ਸਾਡਾ ਨੰਬਰ ਦਿੰਦੇ ਆ ਲੋਕਾਂ ਨੂੰ, ਠੀਕ ਹੈ ਜੀ, ਪਰ ਉਹ ਚੰਗਾ ਹੀ ਕਰਦੇ ਆ। ਅਸੀਂ ਸਗੋਂ ਉਹਨਾਂ ਦੀ ਹੈਲਪ ਕਰਦੇ ਆ। ਸਾਨੂੰ ਇਹ ਪ੍ਰਮਾਤਮਾ ਨੇ ਬਖਸ਼ੀ ਹੈ, ਉਹ ਕਰਦੇ ਰਵਾਂਗੇ। ਤੁਹਾਨੂੰ ਇਹ ਨਹੀਂ ਲੱਗਦਾ ਤੁਹਾਡਾ ਨੰਬਰ ਦਿੰਦੇ ਤੇ ਤੁਹਾਨੂੰ ਉਹਨਾਂ ਨਾਲ ਜੋੜ ਰਹੇ ਨੇ? ਬਿਲਕੁਲ ਜੋੜ ਰਹੇ ਆ। ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦਾ, ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦਾ। ਕੋਈ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ? ਮੈਂ ਲੋਕਾਂ ਨੂੰ ਫਿਰ ਇਹੀ ਅਪੀਲ ਕਰਨਾ ਚਾਹੂੰਗਾ, ਇਸ ਵਾਰ ਆਪਣੀ ਵੋਟ ਦੀ ਵੈਲਿਊ ਸਮਝੋ, ਚੰਗੇ ਬੰਦੇ ਨੂੰ ਵੋਟ ਪਾਓ, ਕਿਉਂਕਿ
ਅਗਰ ਬਲੌਂਗੀ ਦਾ ਤੁਸੀਂ ਸੁਧਾਰ ਚਾਹੁੰਦੇ ਹੋ ਤਾਂ। वेद प्रकाश जी, जो अभी ब्लॉक समिति के चुनाव होने वाले हैं उसकी तारीख आ गई है, आप क्या कहना चाहोगे? तारीख आ गई है, बढ़िया हमें समय मिल गया कि हम अपनी तैयारी बढ़िया से कर सके और जितना हो सकेगा उम्मीदवार उतने बढ़िया जीतेंगे। गिरीश जी, आप ब्लॉक समिति जो उम्मीदवार आपके साथ बैठे हैं इसके समर्थक भी हो, तो ये जो समर्थक हैं जिसके आप समर्थक कर रहे हैं, बीजेपी में सेवा भी निभाते रहे हैं, तो ये जो उम्मीदवार है बीजेपी की तरफ से खड़े किए जाएंगे, पार्टी की तरफ से या जा? देखो जी, बीजेपी से तो हमने कोशिश किया था कि बीजेपी इनको टिकट दे दे, पर अब मैं बीजेपी को क्या बोलूं, बीजेपी के लोग में इतना धक्का है, इतनी कशमकश है कि वो सिर्फ कहते हैं दरी तिरपाल बिछाओ, झंडा लेके जय जय करो, हिंदुत्व के नाम पे वोट मांगो और तुर जाओ। इन्होंने भी किया, 2.5-3 लाख रुपया खर्चा किया इन्होंने, तो इनको लगा कि मैं भी कहीं ना कोई कुछ छोटी मोटी सेवा के लायक मैं हकदार हूँ, तो इन्होंने अपनी बात रखी, लेकिन पार्टी ने तवज्जो नहीं दिया। ये निराश हो गए। मैं कहा निराश होने की ज़रूरत नहीं है, अगर आपकी इच्छा हो तो ये मानव जन कल्याण सेवा समिति आपका पूरा समर्थन करेगी और निर्दलीय जिता के सीट हम दिखाएंगे कि देखो जीत हमारी हो रही है कि नहीं। जो क्या उम्मीदवार हैं जो इन्होंने पहले भी कोई इलेक्शन लड़ा या नए ही कैंडिडेट है? ये नवे कैंडिडेट हैं, क्योंकि अभी देखो ये अपना काम करते रहे अपने क्षेत्र में, तो ये जड़ा राजनीतिक क्षेत्र है इसमें 2-2.5-3 साल से ये काम कर रहे हैं बीजेपी के साथ। तो अब हमारे साथ आए हैं सामाजिक संस्था में, तो सामाजिक संस्था इनके लिए सेवा कर रही है, खड़ी है। तो जो ब्लॉक समिति की जो इलेक्शन होते हैं ये पार्टी की तरफ से भी टिकट दी जाती है, पार्टी की तरफ से नवाजा जाता है भी ये बीजेपी का कैंडिडेट है, तो उसको देखते ही कुछ कितना का ये जो इलेक्शन हो कितना का ज़्यादा? देखो जी, मैं पत्रकार साहब, ये जो इनको अगर पार्टी टिकट दे दी तो इनकी जिम्मेदारी पार्टी की बन जाती, फिर मेरी ज़रूरत नहीं थी इनको। लेकिन जब पार्टी ने इनको तवज्जो नहीं दिया तो ये समाज सेवी संस्था के पास है, तो हमारा तो काम है कि जो सेवादार लोग हैं अच्छे समाज के लिए काम करते हैं उनका साथ देना। क्या अपील करना चाहोगे? मैं तो लोगों से यही अपील करता हूँ कि हमारा एक छोटा भाई है और आप जो कहोगे कान पकड़ के इसे, जो सेवा आपकी होगी ब्लॉक समिति की तरफ के जो भी कार्य होगा, ब्लॉक प्रमुखता का या ब्लॉक डिपार्टमेंट का जो भी काम होगा वो काम पर खरे उतरेंगे, आप में जनता को शिकायत का मौका नहीं देंगे। मैं आपके साथ वादा करता हूँ इस बात का। पहले भी सवाल किया गया है कि इलेक्शन के मौके ही जो कैंडिडेट होता है वो घर घर जाता है, लेकिन इलेक्शन जीतने के बाद दोबारा लोगों के पास नहीं विचरता, तो इस बारे में क्या कहना चाहते हो? मैं पत्रकार साहब ये कहना चाहता हूँ कि इस इलेक्शन तो बहुत दूर की बात है, आप होनी है 1.5-2 महीने बाद, 2.5 महीने बाद, लेकिन इनका आप इतिहास उठा के देखेंगे, ये मंडी जो लगती है ब्लॉगी में, वो मैं कहा सारी मंडी में जाके पूछ लो वेद प्रकाश विश्वकर्मा कौन है, वो सारे आदि मदद की है इन्होंने। किसी की बेटी का ब्याह है उसमें 10-20 हज़ार का इन्होंने योगदान दिया है, किसी के पास दवाई के पैसे नहीं है उसको उसका सहयोग, मेरे सामने की बात है, इसमें झूठ नहीं है, लोग जानते हैं इस बात को। गिरीश जी, ऐसे भी देखा गया है कि चाहे ये इलेक्शन पार्टी सिंबल पे हो रहे हैं, जैसे एमसी हो गया, सरपंच हो गया, ब्लॉक समिति हो गया, ये मोहल्ले जैसे कि ये इनका बंदे का अपना व्यक्तित्व काम में आता है जी, तो क्या इनका मतलब इतना होल्ड है यहाँ पे कि? माँ का सर आप आएंगे बीच में, ये तो पहला इंटरव्यू नहीं है, आप देखना इनके रिस्पांस, मतलब इनके इतने कार्य, इतने पुण्य किया है लोगों के साथ, इतना इन्होंने अच्छा काम किया है कि आपको देखने को मिलेगा कि प्रतिद्वंदी पार्टी तो बीच में ही पर्चा छोड़ के भाग जाएगा, जो इनका प्रतिद्वंदी होगा ना वो बीच में ही पर्चा बंद कर देगा वो, और नहीं तो किसी को विश्वास नहीं तो आ जाए सामने देख ले, क्योंकि मेरे साथ 150 लोग तो ऐसे ही हैं, 45 साल हम मेरे को हो गया रहते, हम समर्थन कर रहे हैं, समिति समर्थन किसी चिपल पे नहीं है। तो वेद प्रकाश जी, आपकी क्या हो रहेगी प्रमुखता कि कौन कौन सा काम जो है कराना है? वो तो जो कमियां हैं वही उसी को सुधार किया जाएगा। सरपंच साहब जेड़ा हुए पंजाब सरकार वालों जिन्हें चोणों को लैके तारीख मुकम्मल कर दी है, डिक्लेयर कर दी है, तो इस बारे में कुछ की कहना चाहूँगा सर? ਇਹ ਹੁਣ 5 ਸਾਲ ਬਾਅਦ ਜਿਹੜੀਆਂ ਨੈਚੁਰਲੀ ਇਲੈਕਸ਼ਨ ਹੋਣੀਆਂ ਸੀ, ਸਰਕਾਰ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਤੇ
ਜਿਨ੍ਹਾਂ ਨੇ ਹੁਣ ਖੜਨਾ ਉਹ ਆਪਣੇ ਸਭ ਨੇ ਆਪੋ ਆਪਣੇ ਕਮਰੇ ਕੱਸੇ ਕੱਸ ਲਏ ਹਨ। ਤੇ ਪਿਛਲੇ ਦੌਰਾਨ ਦੇਖਿਆ ਜਾਵੇ ਜਿਹੜੇ ਚੋਣਾਂ ਦੀ ਗੱਲ ਕਰੀਏ ਕਈ ਉਮੀਦਵਾਰ ਖੜੇ ਹੋਏ ਸਨ ਤੇ ਪਿਛਲੇ ਦੌਰਾਨ ਤੋਂ ਹੁਣ ਜਿਹੜੇ ਚੋਣ ਹੋਣਗੇ ਉਹਦੇ ਵਿੱਚ ਜਿਹੜੇ ਕੈਂਡੀਡੇਟ ਆ ਉਮੀਦਵਾਰ ਜ਼ਿਆਦਾ ਹੋਣਗੇ, ਕਿਸ ਤਰ੍ਹਾਂ ਦੇਖਦੇ ਹੋ? ਇਹ ਸਰ ਆਜ਼ਾਦ ਭਾਰਤ ਆ, ਇੱਥੇ ਕਿਸੇ ਨੂੰ ਵੀ ਖੜਨ ਦਾ ਅਧਿਕਾਰ ਹੈ, ਹੱਕ ਹੈ, ਕੋਈ ਵੀ ਖੜ ਸਕਦਾ ਇੱਥੇ। ਤੇ ਜਿੰਨੇ ਖੜਨ ਵਧੀਆ, ਅੱਛੀ ਗੱਲ ਹੈ, ਚੰਗੀ ਗੱਲ ਹੈ ਵੀ ਜਿੰਨੇ ਸਮਾਜ ਸੇਵੀ ਹੋਣਗੇ, ਜਿੰਨੇ ਵੀ ਆਉਣਗੇ ਮੈਦਾਨ 'ਚ, ਜਿੰਨੇ ਵੀ ਆਉਣਗੇ ਬਹੁਤ ਵਧੀਆ ਗੱਲ ਆ। ਬਾਕੀ ਅੱਗੇ ਹੁਣ ਪਬਲਿਕ ਨੇ ਇਹ ਜੱਜ ਕਰਨਾ, ਨੋਟਿਸ ਕਰਨਾ ਵੀ ਕਿਹੜਾ ਕੈਂਡੀਡੇਟ ਵਧੀਆ ਹੈ, ਕਿਹੜਾ ਹੁਣ ਤੱਕ ਸਾਡੇ ਜਿਹੜੇ ਵਿੱਚ ਵਿਚਰਦਾ ਰਿਹਾ ਹੈ, ਜਿਨ੍ਹਾਂ ਨੇ ਸਾਡੇ ਕੰਮ ਕਰਾਏ ਨੇ, ਉਹ ਪਬਲਿਕ ਨੇ ਆਪੇ ਡਿਸਾਈਡ ਕਰ ਦੇਣਾ। ਤੇ ਜੇ ਵਿਕਾਸ ਕਾਰਜਾਂ ਦੀ ਗੱਲ ਕਰੀਏ ਪਿਛਲੇ ਦੌਰਾਨ ਪੰਚਾਇਤ ਦੇ ਵਿੱਚ ਜਿਹੜੇ ਵਿਕਾਸ ਕਾਰਜ ਹੋਏ ਨੇ ਜਾਂ ਜਿਹੜੇ ਹੋਣ ਵਾਲੇ ਨੇ, ਉਹ ਕਿਸ ਤਰ੍ਹਾਂ ਦੇਖਦੇ ਹੋ? ਲੋਕਾਂ ਦੇ ਵਿੱਚ ਤੁਸੀਂ ਰੋਜ਼ ਵਿਚਰ ਰਹੇ ਹੋ ਤੇ ਕਿਹੜੀ ਸਮੱਸਿਆ ਜ਼ਿਆਦਾਤਰ ਉਹ ਪਹਿਲ ਦੇ ਆਧਾਰ 'ਤੇ ਤੁਹਾਨੂੰ ਦੱਸਦੇ ਨੇ ਕਿ ਸਭ ਤੋਂ ਜ਼ਿਆਦਾ ਸਮੱਸਿਆ ਨੇ ਜਿਹੜੀ ਲੋਕਾਂ ਦੀ ਪਹਿਲ ਹੈ? ਜੇ ਹੁਣ ਆਪਾਂ ਵਿਕਾਸ ਕਾਰਜਾਂ ਦੀ ਗੱਲ ਕਰੀਏ, ਵਿਕਾਸ ਕਾਰਜ ਦਿਨੇਸ਼ ਜੀ ਦੇ ਨੇ ਕੀਤੇ ਆ, ਬਹੁਤ ਕੀਤੇ ਨੇ, ਗਲੀਆਂ ਬਹੁਤ ਪੱਕੀਆਂ ਕੀਤੀਆਂ, ਠੀਕ ਹੈ ਜੀ। ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ 3 ਟਿਊਬਵੈੱਲ ਵੀ ਸਾਡੇ ਪਿੰਡ ਨੂੰ ਦਿੱਤੇ ਗਏ ਨੇ, ਅਸੀਂ ਵੀ ਕੁਲਵੰਤ ਸਿੰਘ ਜੀ ਦੇ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਬਾਕੀ ਸਾਡੀ ਫਿਰਨੀ ਦਾ ਜਿਹੜਾ ਬਹੁਤ ਬੁਰਾ ਹਾਲ ਆ, ਬਹੁਤ ਮਾੜਾ ਹਾਲ ਹੈ। ਤੇ ਕਈ ਹੋਰ ਵੀ ਨੇ, ਜਿਵੇਂ ਸਾਡਾ ਪਾਰਕ ਨਹੀਂ ਹੈਗਾ ਇੱਥੇ ਪਿੰਡ ਬਲੌਂਗੀ 'ਚ, ਡਿਸਪੈਂਸਰੀ ਨਹੀਂ ਹੈਗੀ, ਤੇ ਬੱਚਿਆਂ ਲਈ ਕੋਈ ਝੂਲੇ ਵਗੈਰਾ ਨਹੀਂ ਹੈਗੇ, ਕੋਈ ਕਮਿਊਨਿਟੀ ਸੈਂਟਰ ਨਹੀਂ ਹੈਗਾ। ਅਸੀਂ ਮਤਲਬ ਜਿਵੇਂ ਸਾਨੂੰ ਪਬਲਿਕ ਅੱਗੇ ਲੈ ਕੇ ਆਊਗੀ, ਉਹਨਾਂ ਦਾ ਆਸ਼ੀਰਵਾਦ ਨਾਲ ਜੋ ਵੀ ਇਹ ਕਾਰਜ ਰਹਿੰਦੇ ਆ ਉਹ ਸਾਰੇ ਅਸੀਂ ਪੂਰੇ ਕਰਾਂਗੇ। ਤੇ ਜੇ ਨਿਕਾਸੀ ਦੀ ਗੱਲ ਕਰੀਏ, ਪਾਣੀ ਦੀ, ਬਰਸਾਤੀ ਪਾਣੀ ਦੀ ਨਿਕਾਸੀ ਦੀ ਗੱਲ ਕਰੀਏ, ਗਲੀਆਂ ਤਾਂ ਪੱਕੀਆਂ ਹੋ ਚੁੱਕੀਆਂ ਨੇ ਲੇਕਿਨ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਹਾਲਾਂਕਿ ਲੋਕਾਂ ਵੱਲੋਂ ਕਈ ਵਾਰ ਇਲਜ਼ਾਮ ਵੀ ਲਗਾਏ ਗਏ ਨੇ ਵੀ ਜਦ ਸੜਕ ਗਲੀ ਬਣਾਈਆਂ ਗਈ ਸੀ ਉਸ ਤੋਂ ਪਹਿਲਾਂ ਬਰਸਾਤੀ ਪਾਣੀ ਦੀ ਨਿਕਾਸੀ ਵਾਸਤੇ ਪਾਈਪਾਂ ਪਾਉਣੀ ਚਾਹੀਦੀ ਸੀ। ਜੇ ਹੁਣ ਬਰਸਾਤੀ ਪਾਣੀ ਦੀ ਨਿਕਾਸੀ ਦੀ ਗੱਲ ਕਰੀਏ, ਜੇ ਹੁਣ ਪਾਈਪਾਂ ਪਾਣੀ ਵੀ ਪੈ ਗਈ, ਜਿਹੜੀ ਗਲੀਆਂ ਪੱਕੀਆਂ ਹੋ ਚੁੱਕੀਆਂ ਉਹਨਾਂ ਨੂੰ ਤੋੜਨਾ ਵੀ ਪਵੇਗਾ, ਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਜਿਹੜੇ ਲੋਕਾਂ ਦਾ ਪੈਸਾ, ਜਿਹੜਾ ਟੈਕਸ ਤੋਂ ਲੋਕਾਂ ਦਾ ਪੈਸਾ ਜਾਂਦਾ ਹੈਗਾ, ਉਹਦਾ ਕਿਤੇ ਦੁਰਉਪਯੋਗ ਵੀ ਹੁੰਦਾ ਨਜ਼ਰ ਆ ਰਿਹਾ? ਬਿਲਕੁਲ ਸਰ, ਹੁਣ ਉਹ ਤਾਂ ਹੁਣ ਨੈਚੁਰਲੀ ਆ, ਹੁਣ ਜਿਹੜਾ ਇੱਕ ਡਿਵੈਲਪ ਹੋਊਗੀ, ਰੋਡ ਡਿਵੈਲਪ ਹੋਊਗੀ, ਉਸ 'ਤੇ ਪੈਸਾ ਲੱਗ ਗਿਆ। ਅਗਰ ਉਹੀ ਪਾਈਪ ਆਪਾਂ ਨੇ ਪਹਿਲਾਂ ਪਾਇਆ ਹੁੰਦਾ ਤਾਂ ਉਹ ਦੁਬਾਰੇ ਉਹਨਾਂ ਨੂੰ ਤੋੜਨ ਦੀ ਲੋੜ ਨਹੀਂ ਸੀ ਪੈਣੀ। ਤੇ ਕੋਸ਼ਿਸ਼ ਹੁਣ ਇਹੀ ਰਹੇਗੀ ਵੀ ਚਲੋ ਜਿਸ ਤਰ੍ਹਾਂ ਵੀ ਹੈ ਘੱਟ ਤੋਂ ਘੱਟ ਨੁਕਸਾਨ 'ਚ ਜਿਹੜਾ ਪਬਲਿਕ ਦਾ ਇਹ ਪਾਣੀ ਦਾ ਮਸਲਾ ਹੱਲ ਕਰਕੇ ਆਪਾਂ ਇਹਨੂੰ ਸਹੀ ਤਰੀਕੇ ਨਾਲ ਕਰ ਸਕੀਏ। ਲੋਕਾਂ ਵਿੱਚ ਵਿਚਰ ਰਹੇ, ਤੁਸੀਂ ਰੋਜ਼ਾਨਾ ਵਿਚਰ ਰਹੇ, ਤਾਂ ਕਿਹੜੀ ਸਮੱਸਿਆ ਤੁਹਾਨੂੰ ਲਗਭਗ ਲੱਗਦੀ ਹੈ ਜਿਹੜੀ ਲੋਕ ਜ਼ਿਆਦਾਤਰ ਦੱਸਦੇ ਨੇ? ਲੋਕਾਂ ਨੂੰ ਜ਼ਿਆਦਾਤਰ ਹੁਣ ਪੀਣ ਦੀ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆ। ਜਿਹੜੇ ਮਤਲਬ ਕਈ ਜਗ੍ਹਾ 'ਤੇ ਰੇਤਾ ਆ ਰਿਹਾ, ਕੋਈ ਬਜਰੀ ਆ ਰਿਹਾ, ਕੋਈ ਕਹਿ ਰਿਹਾ ਵੀ ਕਾਲਾ ਪਾਣੀ ਆ ਰਿਹਾ ਹੈਗਾ, ਪਾਣੀ ਨਹੀਂ ਪਹੁੰਚ ਰਿਹਾ ਹੈਗਾ। ਬਸ ਥੋੜ੍ਹਾ ਜਿਹਾ ਸਿਸਟਮ ਨੂੰ ਸਹੀ ਕਰਨ ਦੀ ਜ਼ਰੂਰਤ ਹੈ। ਜਦ ਕਿ ਫਿਰ ਸਿਸਟਮ ਸਹੀ ਹੋ ਜਾਏਗਾ ਤਾਂ ਜਿਹੜਾ ਪਾਣੀ ਵਗੈਰਾ ਇਹ ਟੋਟਲੀ ਮਤਲਬ ਸਾਰੀ ਪਬਲਿਕ ਤੱਕ ਪਹੁੰਚ ਜਾਏਗਾ ਪੂਰਾ। ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਲੋਕਾਂ ਨੂੰ, ਪਬਲਿਕ ਨੂੰ ਇਹੀ ਅਪੀਲ ਕਰਾਂਗਾ ਵੀ ਤੁਹਾਡਾ ਆਪਣਾ ਮੱਖਣ ਸਿੰਘ ਆ, ਤੁਸੀਂ ਪੁਰਾਣਾ ਇਹਨਾਂ ਦੇ ਪਹਿਲਾਂ ਵੀ ਆਸ਼ੀਰਵਾਦ ਦਿੱਤਾ ਸੀ ਤੇ ਹੁਣ 15 ਸਾਲ ਤੋਂ ਤੁਹਾਡੇ ਟੱਚ ਦੇ ਵਿੱਚ ਹੀ ਆ। ਜੋ ਵੀ ਤੁਸੀਂ ਮੈਨੂੰ ਕੋਈ ਵੀ ਮੈਨੂੰ ਸੇਵਾ ਲਾਈ ਆ, ਕਦੇ ਮੈਂ ਪਿੱਛੇ ਨਹੀਂ ਭੱਜਿਆ। ਜਦੋਂ ਵੀ ਕਿਸੇ ਨੇ ਵੀ ਮੈਨੂੰ ਫੋਨ ਮਾਰਿਆ ਮੈਂ ਹਰ ਟਾਈਮ ਹਾਜ਼ਰ ਰਿਹਾ। ਔਰ ਤੁਸੀਂ ਮੈਨੂੰ ਇੱਕ ਵਾਰੀ ਮੌਕਾ ਦਿਓਗੇ ਫਿਰ ਦੁਬਾਰੇ ਸਰਪੰਚੀ ਬਣਨ ਦਾ ਤਾਂ 24 ਘੰਟੇ ਤੁਹਾਡੇ ਲਈ ਫਿਰ ਵੀ ਹਾਜ਼ਰ ਹਾਂ। ਜੋ ਵੀ ਕਰ ਸਕੂੰਗਾ ਉਹ ਮੇਰੇ ਲਈ ਬਹੁਤ ਬੜੇ ਮਾਣ ਵਾਲੀ ਗੱਲ ਹੈ। ਜੇ ਗੱਲ ਕਰੀਏ ਫੀਲਡ ਦੀ ਗੱਲ, ਤਾਂ ਕਈ ਕੈਂਡੀਡੇਟ ਉਮੀਦਵਾਰਾਂ ਵੱਲੋਂ ਸਰੇਆਮ ਫੀਲਡ ਦੇ ਵਿੱਚ ਘੁੰਮਿਆ ਜਾ ਰਿਹਾ ਤੇ ਕਈ ਉਮੀਦਵਾਰਾਂ ਵੱਲੋਂ ਅੰਦਰ ਖਾਤੇ ਵੀ ਕੰਮ ਕੀਤਾ ਜਾ ਰਿਹਾ। ਤੇ ਹੁਣ ਕਹਿਣ ਦਾ ਭਾਵ ਇਹ ਹੈ ਕਿ ਪਹਿਲਾਂ ਤੁਸੀਂ ਸਰਪੰਚ ਵੀ ਰਹੇ ਹੋ, ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਤੁਸੀਂ ਸਰਪੰਚ ਵੀ ਰਹੇ ਹੋ ਤੇ ਤਦ ਤੋਂ ਤੁਸੀਂ ਸੇਵਾ ਦੇ ਵਿੱਚ ਬਰਕਰਾਰ ਹੋ। ਤੇ ਹੁਣ ਕਿਵੇਂ ਲੱਗਦਾ ਤੁਹਾਨੂੰ, ਲੋਕਾਂ ਦਾ ਜਿਹੜਾ ਪਿਆਰ ਹੈ, ਕਿੰਨਾ ਕੁ ਹੁੰਗਾਰਾ ਤੁਹਾਨੂੰ ਇਸ ਵਕਤ ਮਿਲ ਰਿਹਾ ਹੈ? ਇਹ ਤਾਂ ਸਰ ਤੁਸੀਂ ਫੀਲਡ 'ਚ ਜਾ ਕੇ ਕਿਤੇ ਵੀ ਪਤਾ ਕਰ ਸਕਦੇ ਹੋ, ਲੋਕਾਂ ਦੇ ਵਿੱਚ ਜਾ ਕੇ ਵੀ ਹਾਂ ਵੀ ਮੱਖਣ ਸਿੰਘ ਕੌਣ ਹੈ ਔਰ ਸਾਡੇ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ। ਜਿਹੜੇ ਹੁਣ ਨਵੇਂ ਖੜੇ ਹੋਏ ਆ, ਠੀਕ ਹੈ, ਇਹ ਤਾਂ ਹੁਣ ਇਲੈਕਸ਼ਨ ਕਰਕੇ ਹੈਗੇ ਆ, ਬਰਸਾਤੀ ਡੱਡੂ ਹੈਗੇ, ਥੋੜ੍ਹੀ ਦੇਰ ਮਤਲਬ ਨਿਕਲਣਗੇ ਇਲੈਕਸ਼ਨ ਤੋਂ ਬਾਅਦ, ਫਿਰ ਇਹਨਾਂ ਨੇ ਕਿਤੇ ਦਿਖਣਾ ਨਹੀਂ ਹੈਗਾ। ਇਹ 100% ਕਲੀਅਰ ਆ ਸਰ। ਮਤਲਬ ਪਿਛਲੇ 15 ਸਾਲ ਤੋਂ ਦੇਖ ਲਓ ਵੀ ਕਿਹੜਾ ਇੱਥੇ ਫੀਲਡ 'ਚ ਜਿਹੜਾ ਲੋਕਾਂ ਦੇ ਕੰਮ ਕਰ ਰਿਹਾ ਹੈਗਾ। ਤੇ ਆਪਾਂ ਲੋਕਾਂ ਦੇ ਵਿੱਚ ਵੀ ਕਈ ਸਰਵੇ ਵੀ ਕੀਤੇ ਨੇ, ਹਾਲੇ ਅੰਦਰੂਨੀ ਖਾਤੇ ਸਰਵੇ ਕਰ ਰਹੇ ਨੇ ਤੇ ਲੋਕਾਂ ਵੱਲੋਂ ਦੱਸਿਆ ਜਾਂਦਾ ਵੀ ਕਿਸੇ ਵੀ ਘਰ ਦੇ ਵਿੱਚ ਅਸੀਂ ਜਾਂਦੇ ਹਾਂ, ਜਿਸ ਤਰ੍ਹਾਂ ਬੁਢਾਪਾ ਪੈਨਸ਼ਨ ਹੋ ਗਈ, ਵਿਧਵਾ ਪੈਨਸ਼ਨ ਹੋ ਗਈ, ਸਗਨ ਸਕੀਮ ਹੋ ਗਈ,
ਕਈ ਗੱਲਾਂ ਸਾਹਮਣੇ ਆਈ ਜਿਵੇਂ ਮੱਖਣ ਜਿਹੜੇ ਸਾਬਕਾ ਸਰਪੰਚ ਨੇ ਉਹ ਸਾਡਾ ਕਾਰਜ ਕਰਵਾਉਂਦੇ ਰਹਿੰਦੇ ਨੇ, ਨਾਲੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ, ਲੇਕਿਨ ਕਈ ਕੈਂਡੀਡੇਟ ਹੈਗੇ ਨੇ ਐਸਾ ਕੁਝ ਵੀ ਨਹੀਂ ਦਿਖਾਈ ਦਿੰਦਾ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਸੇਵਾ ਕਰ ਰਹੇ ਹੋ, ਫਿਰ ਵੀ ਦਾਅਵੇਦਾਰੀਆਂ ਹੁੰਦੀਆਂ। ਸਰ ਪਰਮਾਤਮਾ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਮੈਂ ਮਾਲਕ ਦਾ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਇਹ ਬਖਸ਼ਿਸ਼ ਕੀਤੀ ਆ। ਮੈਂ ਤਾਂ ਚਾਹੁੰਦਾ ਜਦੋਂ ਤੱਕ ਮੇਰੀ ਜਾਨ 'ਚ ਜਾਨ ਆ ਇਸ ਤਰ੍ਹਾਂ ਹੀ ਮੇਰੇ ਤੋਂ ਸੇਵਾ ਪਰਮਾਤਮਾ ਕਰਵਾਉਂਦਾ ਰਹੇ ਔਰ ਮੈਂ ਕਰਦਾ ਰਹੂੰਗਾ। ਮੈਨੂੰ ਮਤਲਬ ਇਹ ਨਹੀਂ ਹੈ ਕੋਈ ਕਿਸੇ ਨੇ ਆਪਣੇ ਪੰਚੀ ਸਰਪੰਚੀ ਹੁਣ ਨੇੜੇ ਆ ਗਏ ਤਾਂ ਆਪਾਂ ਇਹ ਕੰਮ ਕਰ ਰਹੇ ਹੈਗੇ ਆ। ਅਸੀਂ ਤਾਂ ਮੈਂ ਤਾਂ 15 ਸਾਲ ਤੋਂ ਕੰਟੀਨਿਊ ਚੱਲ ਹੀ ਰਿਹਾ ਹੈਗਾ। ਬਾਕੀ ਪਬਲਿਕ ਇਹ ਖੁਦ ਆਪਣੇ ਆਪ ਦੱਸੇਗੀ ਵੀ ਹਾਂ ਵੀ ਮੱਖਣ ਸਿੰਘ ਸਾਡੇ 'ਚ ਆ ਰਿਹਾ ਕਿ ਨਹੀਂ ਆ ਰਿਹਾ ਹੈਗਾ। ਕੈਂਡੀਡੇਟ ਵੱਲੋਂ ਜਿਹੜੇ ਉਮੀਦਵਾਰ ਹੋਣਗੇ ਉਹਨਾਂ ਵੱਲੋਂ ਪਿਛਲੇ ਦੌਰਾਨ ਇਲਜ਼ਾਮ ਵੀ ਲਗਾਏ ਗਏ ਨੇ ਕਿ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਜਾਂ ਸਗਨ ਸਕੀਮ ਭਰ ਕੇ ਸਰਪੰਚੀ ਨਹੀਂ ਲੜੀ ਜਾਂਦੀ। ਸਰਪੰਚੀ ਸਿਰਫ ਵਿਧਵਾ ਪੈਨਸ਼ਨ ਜਾਂ ਬੁਢਾਪਾ ਪੈਨਸ਼ਨ ਵਾਸਤੇ ਨਹੀਂ ਹੁੰਦੀ ਹੈ, ਸਰਪੰਚੀ ਵਾਸਤੇ ਹੁੰਦੀ ਹੈ, ਵਿਕਾਸ ਕਾਰਜਾਂ ਵਾਸਤੇ ਹੁੰਦੀ ਹੈ। ਕੋਈ ਜਵਾਬ ਦੇਣਾ ਚਾਹੁੰਦੇ ਇਸ ਵਕਤ? ਸਾਰੇ ਜਿਹੜੀ ਬੁਢਾਪਾ ਪੈਨਸ਼ਨ, ਵਿਡੋ ਪੈਨਸ਼ਨ, ਅੰਗਹੀਨ ਪੈਨਸ਼ਨ ਇਹ ਸਰਪੰਚੀ ਦਾ ਪਾਰਟ ਨਹੀਂ ਹੈ, ਇਹ ਮਤਲਬ ਸਮਾਜ ਸੇਵਾ ਦਾ ਪਾਰਟ ਨਹੀਂ ਹੈ। ਜੇ ਹੁਣ ਵਿਚਾਰਾ ਜਿਹੜਾ ਅੰਗਹੀਨ ਹੈ ਜਿਨ੍ਹਾਂ ਦੇ ਘਰ 'ਚ ਕੋਈ ਕਮਾਉਣ ਵਾਲਾ ਨਹੀਂ ਹੈਗਾ ਉਹਨਾਂ ਕੋਲ ਆਪਾਂ ਗਏ, ਚਲੋ ਉਹਨਾਂ ਨੂੰ ਦੱਸਿਆ ਬਈ ਹਾਂ ਇਸ ਤਰ੍ਹਾਂ ਸਰਕਾਰ ਵੱਲੋਂ ਇਹ ਸਕੀਮ ਹੈਗੀ ਆ, ਉਹਨਾਂ ਦਾ ਆਪਾਂ ਨੇ ਨਾਲ ਲਿਜਾ ਕੇ ਉਹਨਾਂ ਨੂੰ ਸੁਵਿਧਾ ਸੈਂਟਰ ਸਾਰੇ ਉਹਨਾਂ ਦੀ ਕਰਵਾਤਾ ਕੰਮ। ਕਿਆ ਇਹ ਜ਼ਰੂਰੀ ਥੋੜ੍ਹੀ ਵੀ ਜੇ ਅਸੀਂ ਸਰਪੰਚੀ ਦੀ ਇਲੈਕਸ਼ਨ ਆਉਣੀ ਹੈ ਤਾਂ ਹੀ ਅਸੀਂ ਫੀਲਡ 'ਚ ਆਉਣਾ, ਵੈਸੇ ਆਪਾਂ ਨਹੀਂ ਆਉਣਾ ਹੈਗਾ। ਆਪਣਾ ਤਾਂ 24 ਘੰਟੇ ਮਤਲਬ ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਹੀ ਰਹਿਣਾ ਹੈਗਾ। ਜਿਨ੍ਹਾਂ ਨੇ ਮਤਲਬ ਬੋਲਣਾ ਉਹਨਾਂ ਨੇ ਬੋਲੀ ਜਾਣਾ ਹੈਗਾ। ਇਹ ਉਹ ਬੰਦੇ ਨੇ ਜਿਹੜੇ ਸਿਰਫ ਜਦੋਂ ਇਲੈਕਸ਼ਨ ਆਉਂਦੀ ਆ ਉਸੇ ਟਾਈਮ ਨਜ਼ਰ ਆਉਂਦੇ ਆ, ਬਾਕੀ 5 ਸਾਲ ਫਿਰ ਕਿਤੇ ਦਿਖਦੇ ਵੀ ਨਹੀਂ ਹੈਗੇ। ਸਰਪੰਚ ਸਾਹਿਬ ਜੇ ਤੁਸੀਂ ਜਿੱਤਦੇ ਹੋ ਤੇ ਤੁਹਾਡੇ ਦਿਮਾਗ 'ਚ ਕਿਹੜਾ ਕੰਮ ਇੱਦਾਂ ਦਾ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਕਰਾਉਣਾ ਚਾਹੋਗੇ? ਸਭ ਤੋਂ ਪਹਿਲਾਂ ਸਾਡਾ ਜਿਹੜਾ ਪਿੰਡ ਦੀ ਫਿਰਨੀ ਦਾ ਕੰਮ ਹੈਗਾ ਜੀ, ਜਿੱਥੇ ਬਹੁਤ ਬੁਰਾ ਹਾਲ ਹੈ, ਠੀਕ ਹੈ, ਉਹ ਕਰਨ ਤੋਂ ਬਾਅਦ ਫਿਰ ਸਾਡਾ ਜਿਹੜਾ ਬਹੁਤ ਜ਼ਰੂਰੀ ਹੈਗਾ ਸਾਨੂੰ ਪਾਰਕ ਦੀ ਜ਼ਰੂਰਤ ਹੈ ਜਿੱਥੇ ਸਾਡੇ ਬੱਚੇ ਖੇਡ ਸਕਣ, ਸਾਡੇ ਬਜ਼ੁਰਗ ਉਹ ਸੈਰ ਕਰ ਸਕਣ। ਸਾਨੂੰ ਹੁਣ ਕਦੇ 57 ਸੈਕਟਰ ਜਾਣਾ ਪੈਂਦਾ, 3v2 ਜਾਣਾ ਪੈਂਦਾ ਸੈਰ ਕਰਨ, ਮਤਲਬ ਬੜੀ ਦਿੱਕਤ ਆਉਂਦੀ ਹੈਗੀ ਆ। ਤੇ ਹੋਰ ਵੀ ਜਿਹੜੀ ਪਾਣੀ ਦੀ ਸਮੱਸਿਆਵਾਂ ਹੈਗੀਆਂ ਉਹ ਵੀ ਸਾਰਾ ਇਹ ਪਹਿਲ ਦੇ ਆਧਾਰ ਤੇ ਅਸੀਂ ਉਹਨੂੰ ਹੱਲ ਕਰਾਂਗੇ। ਸਰਪੰਚ ਸਾਹਿਬ ਤੁਸੀਂ ਕਹਿ ਰਹੇ ਵੀ ਅਸੀਂ ਕਮਿਊਨਿਟੀ ਸੈਂਟਰ ਬਣਾਵਾਂਗੇ, ਕੀ ਪੰਚਾਇਤ ਕੋਲ ਇੰਨੀ ਜ਼ਮੀਨ ਪਈ ਹੈ ਕਿ ਕਮਿਊਨਿਟੀ ਸੈਂਟਰ ਬਣਾਇਆ ਜਾ ਸਕੇ? ਬਿਲਕੁਲ ਸਰ, ਇਸ ਟਾਈਮ ਵੀ ਜਿਹੜੀ ਪੰਚਾਇਤ ਕੋਲ 50 ਕਿੱਲੇ ਜ਼ਮੀਨ ਪਈ ਹੈਗੀ ਆ ਤੇ ਮਤਲਬ ਕਮਿਊਨਿਟੀ ਸੈਂਟਰ ਵੀ ਬਣੇਗਾ ਔਰ ਜਿਹੜਾ ਆਪਣਾ ਖੇਡਾਂ ਵਾਲਾ ਪਾਰਕ ਆ ਜਾਂ ਪਲੇ ਗਰਾਊਂਡ ਆ ਉਹ ਵੀ ਬਣੇਗਾ।